फ्रेंड्स ਅਸੀਂ ਕਰ ਰਹੇ ਹਾਂ ਕਲਾਸ 9th ਚੈਪਟਰ ਹੈ ਸਾਡਾ ਸੈਕਿੰਡ ਪੋਲੀਨੋਮੀਅਲਸ ਬਹੁਪਦ ਐਕਸਰਸਾਈਜ਼ 2.5 ਕਰ ਰਹੇ ਹਾਂ। ਸੋ ਜਿਸ ਦੇ ਅਸੀਂ ਪਹਿਲੇ 4 ਕੁਐਸਚਨ ਕਰ ਚੁੱਕੇ ਹਾਂ ਤੇ ਹੁਣ ਅਸੀਂ ਸਟਾਰਟ ਕਰਾਂਗੇ ਆਪਣਾ ਕੁਐਸਚਨ 5th। ਸੋ ਜਿਸ ਦੇ ਵਿੱਚ ਸਾਨੂੰ ਕੀ ਕਿਹਾ ਗਿਆ ਫੈਕਟਰਾਈਜ਼ ਗੁਣਨਖੰਡ। ਸੋ ਫੈਕਟਰਾਈਜੇਸ਼ਨ ਕਰਨੀ ਹੈ, ਗੁਣਨਖੰਡ ਬਣਾਉਣੇ ਹਨ ਅਸੀਂ। ਸੋ ਇਸ ਤਰ੍ਹਾਂ ਕੁਐਸਚਨ ਸਾਨੂੰ ਦਿੱਤਾ ਹੈ। ਸੋ ਵੇਖਦੇ ਕਿ ਕਿਸ ਤਰ੍ਹਾਂ ਅਸੀਂ ਗੁਣਨਖੰਡ ਜਿਹੜੇ ਇਸ ਤੇ ਬਣਾਉਣੇ ਹਨ। ਸੋ ਸਭ ਤੋਂ ਪਹਿਲਾਂ ਜੋ ਵੀ ਕੁਐਸਚਨ ਦਿੱਤਾ ਗਿਆ ਹੈ ਇਸ ਨੂੰ ਅਸੀਂ ਇਸ ਦੇ ਲੋਐਸਟ ਫਾਰਮਸ ਦੇ ਵਿੱਚ ਲੈ ਕੇ ਆਣਾ ਹੈ। ਮਤਲਬ ਕਿ ਇਸ ਨੂੰ ਥੋੜਾ ਜਿਹਾ ਅਸੀਂ ਚੇਂਜ ਕਰਕੇ ਚੱਲਣਾ ਹੈ। ਸੋ x ਦਾ ਸਕੁਅਰ ਹੈ ਨਾਲ 4 ਹੈ। ਸੋ ਅਸੀਂ ਚੈੱਕ ਦੇਖਣਾ ਹੈ ਕਿ 4 ਦਾ ਕਿਹੜੀ ਵੈਲਿਊ ਹੈ ਜਿਸ ਦਾ ਸਕੁਅਰ 4 ਹੁੰਦਾ ਹੈ। ਸੋ 4 ਦਾ ਕਿਹੜੀ ਹੈ 2, ਮਤਲਬ ਕਿ 2 ਨੂੰ 2 ਨਾਲ ਮਲਟੀਪਲਾਈ ਕਰਕੇ ਸਾਡੇ ਕੋਲ 4 ਆਉਂਦਾ ਹੈ। ਸੋ 2 ਮਲਟੀਪਲਾਈ 2 ਸਾਡੇ ਕੋਲ 4 ਆ ਜਾਏਗਾ। ਸੋ ਇੱਥੇ ਸਾਡੇ ਕੋਲ ਆ ਗਿਆ 2x, ਇਸ ਦਾ ਸਕੁਅਰ ਆ ਗਿਆ ਸਾਡੇ ਕੋਲ ਪਲੱਸ फिर देखो साढ़े को 9y स्क्वायर। सो 3 का स्क्वायर करते हैं 9 आ जाएगा साढ़े को, इसलिए 3y स्क्वायर आ गया। 4 का स्क्वायर 16 होता है, इत्थे आ गया 4z का स्क्वायर प्लस हुण 12 किस तरह बनता है। ठीक है, पहला तो इन्होंने मल्टीप्लाई करो, 3 दूनी 6 ते 6 दूनी 12, इन्होंने दोवें नंबर्स नूं साढ़े को आ गया 2x। सो देखो किस तरह तुहानूं पता किद्दां लगेगा, ये चेक कर रहा जी तुहानूं किस तरह क्लीयर होएगा। सो इत्थे x y है ना, इत्थे भी x है इत्थे भी y है, ਇਹਦਾ मतलब ਦੋਵੇਂ ਨੰਬਰਸ ਮਲਟੀਪਲਾਈ ਹੋ ਰਹੇ ਹਨ। ਸੋ ਇਹਨਾਂ ਦੋਵਾਂ ਨੂੰ ਮਲਟੀਪਲਾਈ ਕੀਤਾ ਸਾਡੇ ਕੋਲ ਹੈਗਾ 6। ਹੁਣ 6 ਨੂੰ ਕਿੰਨਾ ਮਲਟੀਪਲਾਈ ਕਰੀਏ 12 ਵਜੇ। ਸੋ 6 2 12, 6 2 12, ਇਸ ਲਈ ਨਾਲ ਅਸੀਂ 2 ਲਗਾਤਾ, 2x ਤੇ ਨਾਲ ਆ ਗਿਆ ਸਾਡੇ ਕੋਲ 3y ਮਾਈਨਸ। ਹੁਣ ਇੱਥੇ ਸਾਈਨ ਆ ਗਿਆ ਮਾਈਨਸ ਤੇ ਇੱਥੇ ਦੇਖੋ ਆਇਆ yz, ਇਹਦਾ ਮਤਲਬ ਇਹ ਆ ਰਿਹਾ ਸਾਡੇ ਕੋਲ y ਤੇ z, ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰੀਏ ਤਾਂ ਸਾਡੇ ਕੋਲ 24 ਆਉਂਦਾ है। तो नाल कोई ना कोई होर नंबर देखेंगे किहड़ा लगता है साडे को। 4 दी 12, 12 ਨੂੰ 2 ਨਾਲ ਮਲਟੀਪਲਾਈ ਕਰੋ 24, ਇਹਦਾ ਮਤਲਬ ਇੱਥੇ ਆਏਗਾ ਸਾਡੇ ਕੋਲ 2 ਤੇ ਨਾਲ ਆ ਗਿਆ ਸਾਡੇ ਕੋਲ 3y, ਨਾਲ ਆ ਗਿਆ 4z। ਹੁਣ ਇਹ ਦੇਖੋ ਇੱਥੇ 3y ਸੀ ਤਾਂ ਸਾਡੇ ਕੋਲ ਇਸ ਦੀ ਸਾਰੇ ਦੀ ਮਲਟੀਪਲੀਕੇਸ਼ਨ ਕਰ ਸੀ ਪੋਜ਼ਿਟਿਵ ਚ, ਇਹਦਾ ਮਤਲਬ 2x ਵੀ ਪਲੱਸ ਚ ਹੈ 3y ਵੀ ਪਲੱਸ ਚ ਹੈ, ਇਸ ਲਈ ਇਹਦਾ ਆਨਸਰ ਜਿਹੜਾ ਇੱਥੇ ਪਲੱਸ 12xy ਆ ਰਿਹਾ। ਇੱਥੇ ਆਂਦਾ ਮਾਈਨਸ, ਇੱਥੇ ਅਸੀਂ ਲਿਖਿਆ ਮਾਈਨਸ। ਹੁਣ ਇੱਥੇ ਮਾਈਨਸ ਕਿੱਦਾਂ ਆ ਰਿਹਾ ਅਸੀਂ ਇਹ ਦੇਖਣਾ ਹੈ। ਸੋ 3y ਤਾਂ ਪੋਜ਼ਿਟਿਵ ਹੋਏਗਾ, ਇਹਦਾ ਮਤਲਬ ਨੈਗੇਟਿਵ ਵਾਲੀ ਵੈਲਿਊ ਕਿਹੜੀ ਹੋਏਗੀ ਸਾਡੀ 4z। ਸੋ ਇੱਥੇ ਸਾਡਾ ਪਲੱਸ ਲਿਖ ਦਾਂਗੇ ਅਸੀਂ, ਇਹ ਸਾਡਾ ਆ ਗਿਆ 2 3y 4z। ਸੋ ਉਸ ਤੋਂ ਬਾਅਦ ਸਾਡੇ ਕੋਲ 16 ਹੈ, ਇਹ ਵੀ ਮਾਈਨਸ से ਦਿੱਤਾ ਗਿਆ ਹੈ। ਸੋ xz ਹੈ, ਨਾਲ x ਲੱਗਾ ਹੈ ਤੇ ਨਾਲ z ਲੱਗ ਰਿਹਾ ਹੈ, ਇਹ ਲੱਗ ਰਹੇ ਨੇ। ਸੋ 2x ਪੋਜ਼ਿਟਿਵ ਚ ਹੋਏਗਾ ਸਾਡੇ ਕੋਲ, ਕਿਉਂਕਿ ਇੱਥੇ ਹੀ ਪੋਜ਼ਿਟਿਵ ਚ ਆਨਸਰ ਬਣਾਇਆ ਸੀ 2x ਨੇ, ਇਸ ਲਈ ਸਾਡੇ ਕੋਲ ਆ ਗਿਆ ਇੱਥੇ 2 ਚੌਕੀ 8, 8 ਨੂੰ 2 ਨਾਲ ਮਲਟੀਪਲਾਈ ਕਰਾਂਗੇ 16, ਇੱਥੇ ਸਾਡੇ ਕੋਲ ਹੈਗਾ 2x ਅਤੇ -4z, ਇੱਥੇ ਆਏਗਾ ਅਸੀਂ ਪੋਜ਼ਿਟਿਵ ਲਿਖ ਦਿੰਦੇ ਹਾਂ। ਹੁਣ ਸਾਡੇ ਕੋਲ ਇੱਕ ਆਇਡੈਂਟੀਟੀ ਯੂਜ਼ ਹੋਏਗੀ, ਕਿਹੜੀ ਬਣ ਰਹੀ ਹੈ ਦੇਖੋ, ਇਹਦਾ ਸਕੁਅਰ x ਦਾ ਸਕੁਅਰ ਪਲੱਸ y ਦਾ ਸਕੁਅਰ ਪਲੱਸ z ਦਾ ਸਕੁਅਰ, ਠੀਕ ਹੈ, ਪਲੱਸ 2xy प्लस 2yz प्लस 2zx। सो ये जी एक्सपेंशन फॉर्म होंगी है साडे कोल, किस आइडेंटिटी दी होंगी है, ये साडे कोल होएगी इज इक्वल टू x प्लस y प्लस z दा होल स्क्वायर। ये आ गया साडे को। हुण साडे को की बनता है, हुण असीं x y z लिखांगे अपने किहड़े-किहड़े आउंदे हन। सो इत्थे देखो जिस तरह -4z है, सो इत्थे भी साडे को इत्थे -4z आएगा। ठीक है, माइनस का स्क्वायर करांगे तो साडे को पॉजिटिव ही आ जाएगा। सो इहदा मतलब साडे को हो गया इत्थे x कितना है साडे को 2x, y कितना है साडे को 3y, z कितना है -4z। सो इत्थे वैल्यू पुट करते हैं असीं, x की जगह तो साडे को 2x आ गया प्लस 3y -4z ते सारे दा आ गया होल स्क्वायर। क्लीयर। सो ये देखो साडे को कि असीं पहला इस क्वेश्चन नूं किस तरह वैल्यूज नूं स्प्लिट कीता छोटे छोटे पार्ट्स दे विच, फिर असीं उस ते आइडेंटिटी चेक कीती किहड़ी लग रही है। सो ईजिली सानूं जिहड़ा क्लीयर हो गया। फिर जो आइडेंटिटी लग रही है ये वाली, इत्थे असीं x y z लिखे ते उस दी वैल्यू जिहड़ी पुट कीतीआं। सो ये देखो साडे को इत्थे है गया होल स्क्वायर, पावर स्क्वायर है ना, पावर है साडे को 2। सो इसदा मतलब कि ये जिहड़ी फैक्टर है इसनूं असीं 2 बार लिख सकते हैं, ये जिहड़ी सारा साडे को 1 दिता गया है। सो ये आ गया साडे को 2x प्लस 3y -4z। सो फिर लिख सकते 2x प्लस 3y -4z, क्योंकि इसकी पावर 2 सी, असीं 2 बार लिखता। सो यही जिहड़ा साडे को आंसर है, इसकी फैक्टराइजेशन जिहड़ी हो जाती है। सो फिर क्वेश्चन आता है साडे को 5th क्वेश्चन दा सेकंड पार्ट।
ਸੋ ਇਸ ਦੇ ਵਿੱਚ ਵੀ ਅਸੀਂ ਸੇਮ ਇਸ ਤਰ੍ਹਾਂ ਹੀ ਕਰਕੇ ਚੱਲਣਾ ਹੈ। ਸੋ ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲ 2x ਦਾ ਸਕੁਅਰ ਦਿੱਤਾ ਗਿਆ ਹੈ। ਹੁਣ ਦੇਖੋ 2 ਦਾ ਸਕੁਅਰ ਕਰੀਏ ਤਾਂ ਸਾਡੇ ਕੋਲ ਆਉਂਦਾ ਹੈ 4, ਕਿਉਂਕਿ 2 × 2 4 ਆਏਗਾ। ਸੋ ਇੱਥੇ ਸਾਡੇ ਕੋਲ √2 ਦਿੱਤਾ ਗਿਆ ਤੇ ਨਾਲ ਹੈ x ਸਕੁਅਰ। ਹੁਣ ਇੱਕ ਕਨਸੈਪਟ ਤੁਸੀਂ ਯਾਦ ਰੱਖਣਾ ਹੈ, ਠੀਕ ਹੈ, ਜਿਹੜਾ ਤੁਹਾਨੂੰ ਦੱਸਣਾ ਹੈ। ਜੇਕਰ ਇਸ ਤਰ੍ਹਾਂ ਹੋਵੇ √2 ਇਸ ਦਾ ਸਕੁਅਰ ਹੋਵੇ ਤਾਂ ਇਹ ਕਿਹਦੇ ਇਕੁਅਲ ਟੂ ਹੁੰਦਾ ਹੈ? ਸੋ ਧਿਆਨ ਦਿਓ ਕਿ ਇਹ ਰੂਟ ਜਿਹੜਾ ਹੁੰਦਾ ਹੈ ਇਹ ਬਰਾਬਰ ਹੁੰਦਾ 1/2, ਰੂਟ ਦੀ ਵੈਲਿਊ ਹੁੰਦੀ 1/2। ਸੋ ਇਹ 2 ਦੀ ਮਤਲਬ ਕਿ ਇੱਥੇ ਸਾਡੇ ਕੋਲ ਹੈ ਰੂਟ, ਅਗਰ ਰੂਟ ਨੂੰ ਹਟਾਈਏ ਤਾਂ ਸਾਡੇ ਕੋਲ ਇੱਥੇ ਆਏਗਾ 1/2। ਸੋ ਉਸ ਤੋਂ ਬਾਅਦ ਫਿਰ ਪਾਵਰ ਪਈ ਹੈ ਸਕੁਅਰ ਦੇ ਵਿੱਚ, ਬਿਲਕੁਲ ਧਿਆਨ ਨਾਲ ਸਮਝਣਾ ਇਸ ਚੀਜ਼ ਨੂੰ, ਠੀਕ ਹੈ। ਸੋ ਇੱਥੇ ਹੈਗਾ 2, ਫਿਰ ਆ ਗਿਆ 1/2, ਸੋ ਨਾਲ ਮਲਟੀਪਲਾਈ 2। ਸੋ ਇਹ ਦੋਵੇਂ 2 ਕੈਂਸਲ ਹੋ ਗਏ ਨੇ, ਸਾਡੇ ਕੋਲ ਰਹੇਗਾ 2 ਦੀ ਪਾਵਰ 1 ਤੇ ਇਜ਼ ਇਕੁਅਲ ਟੂ ਆਨਸਰ ਹੈਗਾ 2। ਇਟ ਮੀਨਸ ਦੇਖੋ ਅਸੀਂ ਸਿੱਖਿਆ ਕੀ ਹੈ, ਅਸੀਂ ਕਿਸ ਰਿਜ਼ਲਟ ਤੇ ਪਹੁੰਚਦੇ ਹਾਂ ਕਿ ਜੇਕਰ √2 ਇਸ ਤਰ੍ਹਾਂ ਦਿੱਤਾ ਹੋਵੇ ਸਕੁਅਰ ਦੇ ਵਿੱਚ ਤਾਂ ਉਹ ਕਿਹਦੇ ਇਜ਼ ਇਕੁਅਲ ਟੂ ਹੁੰਦਾ 2 ਦੇ, ਠੀਕ ਹੈ। ਤਾਂ ਸਾਡੇ ਕੋਲ ਇੱਥੇ 2 ਦੀ ਜਗ੍ਹਾ ਤੇ ਕੀ ਲਿਖਦਾ ਜੇ √2 ਤਾਂ ਹੋਲ ਸਕੁਅਰ, ਠੀਕ ਹੈ। ਸੋ ਇੱਥੇ ਸਾਡੇ ਕੋਲ ਆ ਜਾਏਗਾ √2 ਨਾਲ ਆ ਗਿਆ x ਤੇ ਇਸ ਦਾ ਸਾਰੇ ਦਾ ਵਰਗ। ਸੋ ਪਲੱਸ ਆ ਗਿਆ ਸਾਡਾ y ਦਾ ਸਕੁਅਰ। ਸੋ ਫਿਰ ਹੈ ਸਾਡਾ 8। ਹੁਣ 8 ਦੇਖੋ ਜਿਹੜਾ ਕਿੱਦਾਂ ਬਣਦਾ ਹੈ, ਕੋਈ ਸੰਖਿਆ ਹੈ ਜਿਸ ਨੂੰ 2 ਵਾਰੀ ਗੁਣਾ ਕਰੇ ਤੇ 8 ਆ ਜਾਏ। ਸਿੰਪਲ ਦੇਖਣਾ ਹੋਵੇ ਤਾਂ 1 ਦਾ ਸਕੁਅਰ ਕਰ ਦਿਓ, 2 ਦਾ ਕਰ ਦਿਓ, 3 ਦਾ ਕਰ ਦਿਓ। ਇਹਦਾ ਆ ਗਿਆ 1, ਇਹਦਾ ਆ ਗਿਆ 4, ਇਹਦਾ ਆ ਗਿਆ 9, ਮਤਲਬ ਕਿ 8 ਤਾਂ ਨਹੀਂ ਆਇਆ, ਹੁਣ ਵੱਧ ਗਿਆ ਸਾਡੇ ਕੋਲ 9 ਆ ਗਿਆ ਨਾ, ਇਹਦਾ ਮਤਲਬ ਕੋਈ ਨੰਬਰ ਨਹੀਂ ਹੈ। ਸੋ 8 ਕਿਸ ਤਰ੍ਹਾਂ ਬਣਦਾ ਹੈ ਅਸੀਂ ਇਹ ਵੀ ਦੇਖਣਾ ਹੈ ਕਿ 8 ਕਿਸ ਤਰ੍ਹਾਂ ਬਣੇਗਾ, ਠੀਕ ਹੈ। ਸੋ ਜੇਕਰ ਮੈਂ ਇਸ ਤਰ੍ਹਾਂ ਲਿਖਦਾ 2√2 ਇਸ ਦਾ ਸਕੁਅਰ ਕਰ ਦਈਏ ਆਪਾਂ, 2 ਦਾ ਸਕੁਅਰ ਅਲੱਗ ਕਰ ਦੋ, √2 ਦਾ ਸਕੁਅਰ ਅਲੱਗ ਕਰ ਦੋ। ਸੋ √2 ਜਿਹੜਾ ਹੁੰਦਾ ਇਸ ਦਾ ਸਕੁਅਰ 2 ਦੇ ਬਰਾਬਰ ਹੁੰਦਾ ਹੈ, ਕਿਉਂਕਿ ਸਾਡੇ ਕੋਲ ਇਸ ਤਰ੍ਹਾਂ ਕੈਂਸਲ ਵੀ ਹੋ ਜਾਂਦਾ ਹੈ। ਸੋ 2 ਦਾ ਸਕੁਅਰ 4 ਤੇ ਨਾਲ ਕੀ ਆ ਗਿਆ ਸਾਡੇ ਕੋਲ ਇਹ ਵਾਲਾ 2 ਗੁਣਾ ਹੋਣਗੇ, ਸਾਡੇ ਕੋਲ ਆ ਗਿਆ 8। ਇਹਦਾ ਮਤਲਬ ਕਿ ਆ ਜਿਹੜੀ ਸਾਰੀ ਵੈਲਿਊ ਹੈ ਸਾਡੇ ਕੋਲ ਕਿਹਦੇ ਇਜ਼ ਇਕੁਅਲ ਟੂ ਹੈ 8 ਦੇ। ਸੋ 8 ਦੀ ਜਗ੍ਹਾ ਤੇ ਸਾਡੇ ਕੋਲ ਆ ਜਾਏਗਾ 2√2। ਸੋ ਕੁਐਸਚਨ ਕਰਨ ਲੱਗੇ ਟੈਨਸ਼ਨ ਨਹੀਂ ਲੈਣੀ ਹੈ, ਨਾ ਘਬਰਾਣਾ ਹੈ ਕਿ ਮੇਰੇ ਕੋ ਪਤਾ ਨਹੀਂ ਇਹ ਕੁਐਸਚਨ ਹੋਏਗਾ ਜਾਂ ਨਹੀਂ ਹੋਏਗਾ। ਬਸ ਜਿਸ ਤਰ੍ਹਾਂ ਇਸ ਕੁਐਸਚਨ ਦੇ ਵਿੱਚ ਅਲੱਗ ਚੀਜ਼ ਆਉਂਦੀ ਹੈ ਕੋਈ, ਤਾਂ ਇਸ ਕੁਐਸਚਨ ਨੂੰ ਤੁਸੀਂ ਮਾਈਂਡ 'ਚ ਰੱਖਣਾ ਹੈ ਤੇ ਇਸ ਨੂੰ ਤੁਸੀਂ ਪ੍ਰੈਕਟਿਸ ਕਰਨੀ ਹੈ, ਠੀਕ ਹੈ, ਤਾਂ ਤੁਹਾਨੂੰ ਕੁਐਸਚਨ ਕਲੀਅਰ ਹੋ ਜਾਏਗਾ। ਫਿਰ ਸਾਡੇ ਕੋਲ ਹੈ -2√2x, ਇੱਥੇ ਦੇਖੋ x y ਮਲਟੀਪਲਾਈ ਹੋ ਰਹੇ ਹਨ, ਇਹਦਾ ਮਤਲਬ x ਤੇ y ਮਲਟੀਪਲਾਈ ਹੋਏ। ਸੋ ਇੱਥੇ ਮਾਈਨਸ ਵੀ ਦਿੱਤਾ ਹੈ, ਮਾਈਨਸ ਬਾਰੇ ਅਸੀਂ ਬਾਅਦ ਵਿੱਚ ਦੇਖਦੇ ਹਾਂ, ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ ਸਾਡੇ ਕੋਲ ਮਲਟੀਪਲਾਈ x y ਹੋ ਰਹੇ ਹਨ, ਮਤਲਬ ਕਿ √2x ਤੇ y, ਇਹ ਆਏਗਾ ਸਾਡਾ √2x ਤੇ ਨਾਲ y ਮਲਟੀਪਲਾਈ ਹੋਏਗਾ, ਨਾਲ 2 ਐਕਸਟਰਾ ਹੈ ਸਾਡੇ ਕੋਲ, ਤਾਂ ਇਹ 2 ਇੱਥੇ ਲੱਗ ਗਿਆ। ਸੋ ਇਸ ਤਰ੍ਹਾਂ 2√2xy ਆ ਰਿਹਾ ਹੈ। ਸੋ ਫਿਰ ਸਾਡੇ ਕੋਲ ਪਲੱਸ ਦਿੱਤਾ ਗਿਆ ਹੈ √2yz। ਸੋ yz ਹੈ, y ਇੱਥੇ ਹੈ ਸਾਡੇ ਕੋਲ ਤੇ z ਇੱਥੇ ਹੈ, ਇਹਦਾ ਮਤਲਬ ਇਹ ਦੋਵੇਂ ਮਲਟੀਪਲਾਈ ਹੋਏ ਤਾਂ ਹੀ ਸਾਡੇ ਕੋਲ yz ਆਇਆ, ਤਾਂ ਇਹ ਸਾਡੇ ਕੋਲ ਆ ਗਿਆ ਇਹ ਸਾਡੇ ਕੋਲ ਕੀ ਆਏਗਾ yz ਮਲਟੀਪਲਾਈ ਹੋ ਰਹੇ ਹਨ, y ਤੇ z ਨੂੰ ਮਲਟੀਪਲਾਈ ਕਰੋ, y ਆ ਸਾਡੇ ਕੋਲ ਇਹ ਵਾਲਾ ਆ ਗਿਆ, ਨਾਲ ਆ ਗਿਆ z ਸਾਡੇ ਕੋਲ √2z। ਸੋ ਨਾਲ 2 ਵੀ ਹੈ ਇੱਥੇ ਪਿਆ ਸਾਡੇ ਕੋਲ 2√2z ਤੇ ਇੱਥੇ ਸਾਡੇ ਕੋਲ ਹੁਣ ਦੇਖੋ ਇੱਥੇ ਬਣ ਰਿਹਾ 4 ਸਾਡੇ ਕੋਲ। ਸੋ ਇੱਥੇ ਸਾਡੇ ਕੋਲ 2 ਮਲਟੀਪਲਾਈ ਹੋਏਗਾ 2 ਨਾਲ, ਤਾਂ ਸਾਡੇ ਕੋਲ 2 ਦੂਣੀ 4 √z ਆ ਜਾਏਗਾ। ਸੋ ਇੱਥੇ 2 ਆਏਗਾ ਸਾਡੇ ਕੋਲ ਇੱਕ, ਫਿਰ ਆ ਗਿਆ ਸਾਡੇ ਕੋਲ ਪਲੱਸ 8xz। ਹੁਣ x ਤੇ z ਮਲਟੀਪਲਾਈ ਹੋ ਰਹੇ ਹਨ, ਇਹਦਾ ਮਤਲਬ x ਕੀ ਹੈ ਸਾਡੇ ਕੋਲ √2x ਤੇ z ਕੀ ਹੈ ਸਾਡੇ ਕੋਲ 2√2z, ਇਹ ਆ ਗਿਆ ਸਾਡੇ ਕੋਲ। ਸੋ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਇਹਨਾਂ ਵੈਲਿਊਜ਼ ਨੂੰ ਮਲਟੀਪਲਾਈ ਕਰੋ, ਚੈੱਕ ਕਰੋ ਪਹਿਲਾਂ 8 ਤੁਹਾਡੇ ਕੋਲ ਆ ਰਿਹਾ ਕਿ ਨਹੀਂ ਆ ਰਿਹਾ, ਠੀਕ ਹੈ। √2 ਸੋ ਇਸ ਨੂੰ ਮਲਟੀਪਲਾਈ ਕਰੀਏ ਤਾਂ √2 ਦਾ ਸਕੁਅਰ ਹੋ ਗਿਆ ਸਾਡੇ ਕੋਲ ਤੇ ਨਾਲ ਆ ਗਿਆ 2, ਇਹ ਕੈਂਸਲ ਹੋ ਗਿਆ, 2 ਦੂਣੀ 4, ਇਹ ਸਾਡੇ ਕੋਲ 4 ਆ ਰਿਹਾ। ਸੋ ਇਹਦਾ ਮਤਲਬ ਇੱਥੇ 1 2 ਹੋਰ ਆਏਗਾ ਸਾਡੇ ਕੋਲ, ਇੱਥੇ 2 ਲੱਗੇਗਾ। ਸੋ ਇਹ 2 ਜਦੋਂ ਮਲਟੀਪਲਾਈ ਹੋਏਗਾ ਸਾਡੇ ਕੋਲ ਤਾਂ ਆਪਣੇ ਆਪ 8 ਜਿਹੜਾ ਉਹ ਆ ਜਾਏਗਾ।
ਸੋ ਇਹਦਾ ਮਤਲਬ ਇੱਥੇ ਵੀ ਸਾਡੇ ਕੋਲ 2 ਜਿਹੜਾ ਉਹ ਲੱਗੇਗਾ। ਹੁਣ ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਸਾਈਨ, ਇੱਥੇ ਮਾਈਨਸ ਹੈ, ਇੱਥੇ ਅਸੀਂ ਮਾਈਨਸ ਲਗਾ ਦਈਏ। ਹੁਣ ਇੱਥੇ ਮਾਈਨਸ ਕਿਸ ਤਰ੍ਹਾਂ ਆ ਰਹੇ ਹਨ, ਜਦ ਕਿ ਸਾਰੀਆਂ ਵੈਲਿਊ ਤਾਂ ਪੋਜ਼ਿਟਿਵ ਹਨ ਤਾਂ ਇੱਥੇ ਵੀ ਤਾਂ ਮਲਟੀਪਲਾਈ ਕਰਕੇ ਮਾਈਨਸ ਆ ਰਹੇ ਹਨ। ਸੋ ਧਿਆਨ ਦੇਣਾ ਹੈ। ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਇੱਥੇ ਤੁਹਾਡੇ ਕੋਲ ਪੋਜ਼ਿਟਿਵ ਹੈ y ਤੇ z, ਜਦੋਂ y ਤੇ z ਨੂੰ ਮਲਟੀਪਲਾਈ ਕੀਤਾ ਤੁਹਾਡੇ ਕੋਲ ਪੋਜ਼ਿਟਿਵ ਆ ਰਿਹਾ ਹੈ, ਇਹਦਾ ਮਤਲਬ ਇਹ ਦੋਵੇਂ ਵੈਲਿਊ ਸਾਡੇ ਕੋਲ ਪੋਜ਼ਿਟਿਵ ਵਿੱਚ ਹਨ। ਠੀਕ ਹੈ, ਇਹ ਦੋਵੇਂ ਪੋਜ਼ਿਟਿਵ ਚ ਹਨ, ਇਹ ਨੈਗੇਟਿਵ ਚ ਕੋਈ ਵੀ ਵੈਲਿਊ ਨਹੀਂ ਹੈ। ਸੋ ਇੱਥੇ ਇਸ ਲਈ ਪੋਜ਼ਿਟਿਵ ਆਇਆ, ਇੱਥੇ ਨੈਗੇਟਿਵ ਹੈ। ਹੁਣ y ਕੀ ਹੈ, ਪੋਜ਼ਿਟਿਵ, ਅਸੀਂ ਕਲੀਅਰ ਕਰ ਲਿਆ। ਹੁਣ ਇੱਥੇ ਨੈਗੇਟਿਵ ਕਿਹੜੀ ਵੈਲਿਊ ਹੋਏਗੀ ਸਾਡੇ ਕੋਲ, ਇਹ ਵਾਲੀ ਵੈਲਿਊ ਨੈਗੇਟਿਵ ਹੋਏਗੀ। ਠੀਕ ਹੈ, ਇੱਥੇ ਅਸੀਂ ਪਲੱਸ ਲਗਾ ਦਿੰਦੇ ਹਾਂ। ਸੋ ਇਹ ਵੈਲਿਊ ਨੈਗੇਟਿਵ ਹੋਏਗੀ, ਫਿਰ ਇਸ ਨੂੰ ਮਲਟੀਪਲਾਈ ਕਰਕੇ ਹੀ ਸਾਡੇ ਕੋਲ ਜਿਹੜਾ ਆਨਸਰ ਹੈ -2√2xy ਆਏਗਾ। ਹੁਣ ਇਹ ਨੈਗੇਟਿਵ ਵੈਲਿਊ ਹੈ, ਇੱਥੇ ਫਿਰ ਸਾਡੇ ਕੋਲ ਇਸ ਦੇ ਨਾਲ ਨੈਗੇਟਿਵ ਸਾਈਨ ਆ ਗਿਆ, ਸੋ ਇੱਥੇ ਪੋਜ਼ਿਟਿਵ ਕਰ ਦਿਓ। ਹੁਣ ਇਸ ਤੋਂ ਬਾਅਦ ਅਸੀਂ ਆਇਡੈਂਟੀਟੀ ਬਣਾਉਂਦੇ, ਸਾਡੀ ਕਿਹੜੀ ਬਣਦੀ ਹੈ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਆ ਗਿਆ x ਦਾ ਸਕੁਅਰ ਪਲੱਸ y ਦਾ ਸਕੁਅਰ ਪਲੱਸ z ਦਾ ਸਕੁਅਰ ਪਲੱਸ 2xy ਪਲੱਸ 2yz ਪਲੱਸ 2zx। ਸੋ ਜਦੋਂ ਤੁਸੀਂ ਕੁਐਸਚਨ ਦੀ ਪ੍ਰੈਕਟਿਸ ਕਰੋਗੇ, ਹੋਰ ਕੁਐਸਚਨਸ ਕਰੋਗੇ ਇਸ ਤਰ੍ਹਾਂ ਦੇ, ਤਾਂ ਤੁਹਾਨੂੰ ਆਲਰੇਡੀ ਕੁਐਸਚਨ ਦੇਖ ਕੇ ਪਤਾ ਲੱਗ ਜਾਇਆ ਕਰੇਗਾ ਕਿ ਆਇਡੈਂਟੀਟੀ ਕਿਹੜੀ ਅਪਲਾਈ ਹੋ ਰਹੀ ਹੈ ਇੱਥੇ। ਠੀਕ ਹੈ, ਬਸ ਸਾਈਨ ਥੋੜੇ ਜਿਹੇ ਤੁਸੀਂ ਉਹ ਥੋੜਾ ਪ੍ਰੈਕਟਿਸ ਜ਼ਰੂਰ ਕਰਨੀ ਹੈ ਕਿ ਸਾਈਨਸ ਬਾਰੇ ਤੁਸੀਂ ਕਿਸ ਤਰ੍ਹਾਂ ਜਾਣਨਾ ਹੈ। ਸੋ ਇਹ ਸਾਡੇ ਕੋਲ ਆਏਗਾ ਇਜ਼ ਇਕੁਅਲ ਟੂ ਕਹਿੰਦੇ ਹੈ x ਪਲੱਸ y ਪਲੱਸ z ਦਾ ਹੋਲ ਸਕੁਅਰ। ਹੁਣ ਅਸੀਂ ਆਪਣੇ ਜਿਹੜੇ x y z ਫਾਈਂਡ ਕਰਨੇ ਨੇ। ਸੋ x ਕੀ ਹੈ ਸਾਡਾ, ਕੰਪੇਅਰ ਕਰਾਂਗੇ ਆਇਡੈਂਟੀਟੀ ਨੂੰ ਅਸੀਂ ਉੱਪਰ ਇਸ ਕੁਐਸਚਨ ਦੇ ਨਾਲ। ਸੋ x ਸਾਡਾ ਹੈ √2x, y ਹੈ ਸਾਡਾ y ਸਕੁਅਰ y, ਸੋ z ਹੈ ਸਾਡਾ 2√2z। ਠੀਕ ਹੈ, 2√2z। ਸੋ ਇਹਨਾਂ 'ਚ ਇੱਕ ਵੈਲਿਊ ਮਾਈਨਸ ਹੈ ਸਾਡੇ ਕੋਲ, ਕਿਹੜੀ ਸੀ, x, ਇਹ ਹੈ ਮਾਈਨਸ ਦੇ ਵਿੱਚ। ਹੁਣ ਇੱਥੇ ਵੈਲਿਊਜ਼ ਪੁੱਟ ਕਰਦੇ ਹਾਂ ਅਸੀਂ, ਸਾਡੇ ਕੋਲ ਆ ਜਾਏਗਾ -√2x ਪਲੱਸ y ਪਲੱਸ 2√2z ਤੇ ਸਾਰੇ ਦਾ ਸਕੁਅਰ। ਸੋ ਜਦੋਂ ਸਾਰੇ ਦਾ ਸਕੁਅਰ ਹੋ ਗਿਆ ਤਾਂ ਇਸ ਨੂੰ ਅਸੀਂ ਕਿੱਦਾਂ ਲਿਖਣਾ ਹੈ, -√2x ਪਲੱਸ y ਪਲੱਸ 2√2z। ਸੋ ਸੈਕਿੰਡ ਟਾਈਮ ਫਿਰ ਲਿਖਦਾ ਹੈ ਕਿਉਂਕਿ ਪਾਵਰ ਹੈ ਸਾਡੇ ਕੋਲ 2, -√2x ਪਲੱਸ y ਪਲੱਸ 2√2z। ਸੋ ਇਹ ਸਾਡੇ ਕੋਲ ਇਸ ਤਰ੍ਹਾਂ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਆ ਜਾਂਦਾ ਹੈ। ਸੋ ਇਹ ਸੀ ਸਾਡੇ ਕੋਲ ਐਕਸਰਸਾਈਜ਼ 2.5 ਦੇ ਕੁਐਸਚਨ 5th ਦੇ ਫਸਟ ਐਂਡ ਸੈਕਿੰਡ ਪਾਰਟ। ਸੋ ਥੋੜਾ ਜਿਹਾ ਇਸ ਕੁਐਸਚਨ ਤੇ ਤੁਹਾਨੂੰ ਕਨਫਿਊਜ਼ਨ ਹੋਈ ਹੋਏਗੀ, ਪਰ ਬਿਲਕੁਲ ਕਨਫਿਊਜ਼ ਨਹੀਂ ਹੋਣਾ। ਜਿੱਥੇ ਤੁਹਾਨੂੰ ਪ੍ਰੋਬਲਮ ਰਹਿੰਦੀ ਹੈ ਵੀਡੀਓ ਨੂੰ ਪੌਜ਼ ਕਰਕੇ ਦੁਬਾਰਾ ਫਿਰ ਸੁਣ ਲੈਣਾ ਹੈ, ਤੁਹਾਨੂੰ ਕਨਸੈਪਟ ਜਿਹੜਾ ਉਹ ਕਲੀਅਰ ਹੋ ਜਾਏਗਾ। ਠੀਕ ਹੈ, ਦੇਖ ਕੇ ਨਹੀਂ ਆਏਗਾ, ਕਰਕੇ ਆਏਗਾ। ਸੋ ਤੁਸੀਂ ਕਰਨਾ ਜ਼ਰੂਰ ਹੈ, ਕਾਪੀਜ਼ ਤੇ ਕਰਕੇ ਜ਼ਰੂਰ ਵੇਖਿਆ ਕਰੋ। ਸੋ ਫਿਰ ਤੁਹਾਨੂੰ ਜਿਹੜਾ ਕਨਸੈਪਟ ਨੇ ਉਹ ਸਾਰੇ ਕਲੀਅਰ ਹੋ ਜਾਣਗੇ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ।